Hello guys, today is our topic new theorem Laplace transformation of integrals. Laplace transformation of integrals theorem ਦੀ ਜਿਹੜੀ ਡੈਫੀਨੇਸ਼ਨ ਆ ਆਪਾਂ ਨੂੰ ਕੀ ਦੱਸਦੀ ਹੈ ਕਿ ਅਗਰ ਆਪਾਂ ਕਿਸੇ ਵੀ ਫੰਕਸ਼ਨ ਦਾ ਅਗਰ ਆਪਾਂ ਲੈਪਲਸ ਲੈਂਦੇ ਆ ਤਾਂ ਆਪਾਂ ਨੂੰ ਪਤਾ ਹੈ ਉਹਦੀ ਲੈਪਲਸ ਕੀ ਹੁੰਦੀ ਹੈ ਫੰਕਸ਼ਨ ਆਫ ਐਸ ਇਨ ਟਰਮਸ ਆਫ ਐਸ ਹੁੰਦੀ ਹੈ। ਅਗਰ ਉਹ ਆਪਾਂ ਨੂੰ ਕਹਿੰਦੇ ਪਏ ਅਗਰ ਆਪਾਂ ਲੈਪਲਸ 0 to t ਦੀ ਇੰਟੈਗਰਲ ਦੇ ਫੰਕਸ਼ਨ ਐਫ ਯੂ ਡੀ ਯੂ ਦੀ ਮੀਨਸ ਕਿ ਕੋਈ ਵੀ ਫੰਕਸ਼ਨ ਹੋ ਸਕਦਾ ਐਫ ਯੂ ਡੀ ਯੂ ਦੀ ਥਾਂ 'ਤੇ ਅਗਰ ਆਪਾਂ ਉਹਦਾ ਇੰਟੈਗਰਲ ਦੀ ਲੈਪਲਸ ਲਈਏ 0 to t ਤਾਂ ਉਹਦੀ ਆਪਣੇ ਕੋਲ ਜਿਹੜਾ ਆਨਸਰ ਹੈ ਉਹ ਕਿੰਨਾ ਆਏਗਾ 1/s ਟਰਮਸ ਹੋ ਜਾਏਗਾ ਐਫ ਐਸ ਫੰਕਸ਼ਨ ਦੇ। ਨਾਓ ਹੁਣ ਆਪਾਂ ਇਸ ਥਿਊਰਮ ਨੂੰ ਪ੍ਰੂਫ ਕਰਾਂਗੇ। ਅਗਰ ਆਪਾਂ ਮੰਨ ਲਈਏ ਆਪਣੇ ਕੋਲੇ ਕੋਈ ਜੀ ਟੀ ਫੰਕਸ਼ਨ ਹੈਗਾ ਜਿਹਦਾ ਆਪਣੇ ਕੋਲ ਇੰਟੈਗਰਲ 0 to t ਹੈ ਐਫ ਯੂ ਡੀ ਯੂ ਹੈ ਤਾਂ ਅਗਰ ਉਹਦੀ ਜਿਹੜੀ ਲਿਮਿਟ ਹੈ ਆਪਣੇ ਕੋਲ 0 to 0 ਅਪਰੋਚ ਕਰੇ ਤਾਂ ਆਪਾਂ ਦੇਖਦੇ ਹਾਂ ਉਹ ਜਿਹੜਾ ਆਪਣੇ ਕੋਲ ਫੰਕਸ਼ਨ ਹੈ ਪੂਰਾ ਦਾ ਪੂਰਾ ਡੀ ਯੂ ਉਹ ਕੀ ਹੋ ਜਾਏਗਾ ਆਪਣੇ ਕੋਲ 0 ਟਰਮ 'ਚ ਹੋਏਗਾ ਜਿਹਨੂੰ ਆਪਾਂ g0 ਲਵਾਂਗੇ ਅਤੇ ਆਪਣੇ ਕੋਲ ਜਿਹੜਾ ਫੰਕਸ਼ਨ ਹੈ ਇਨ ਟੀ ਟਰਮਸ ਆਪਣੇ ਕੋਲ ਕਿਹੜਾ ਹੈ ਜੀ ਟੀ ਇਕੁਅਲਸ ਟੂ 0 to t ਐਫ ਯੂ ਡੀ ਯੂ ਇਹ ਆਪਣੇ ਕੋਲ ਫੰਕਸ਼ਨ ਹੈ। ਅਗਰ ਆਪਾਂ ਇਹਦੀ ਥਾਂ 'ਤੇ ਟੀ ਦੀ ਥਾਂ 'ਤੇ ਅਗਰ ਆਪਾਂ 0 ਪੁੱਟ ਕਰਦੇ ਹਾਂ ਤਾਂ ਇਹਦੀ ਲਿਮਿਟ 0 to 0 ਹੋ ਜਾਏਗੀ ਮੀਨਸ ਕਿ ਇਹ ਪੂਰਾ ਫੰਕਸ਼ਨ ਕਿਹਨੂੰ ਅਪਰੋਚ ਕਰੇਗਾ 0 ਨੂੰ ਅਪਰੋਚ ਕਰੇਗਾ। ਅਗਰ ਮੈਂ ਇਹਦੀ ਟੀ ਲੈ ਲਾਂ ਅਗਰ ਮੈਂ ਇਹਦਾ ਡਿਫਰੈਂਸੀਏਸ਼ਨ ਲੈ ਲਾਂ ਤਾਂ ਮੇਰੇ ਕੋਲ ਜੀ ਟੀ ਦੀ ਥਾਂ 'ਤੇ ਕੀ ਆਊਗਾ ਜੀ ਡੈਸ਼ ਟੀ ਆ ਜਾਏਗਾ ਅਤੇ d/dt ਦੀ ਟਰਮਸ 'ਚ ਮੈਂ ਇਹਦਾ ਡਿਫਰੈਂਸੀਏਸ਼ਨ ਲੈਣਾ ਤਾਂ ਇੰਟੈਗਰਲ ਆਪਣੇ ਕੋਲ ਸੇਮ ਰਹੇਗਾ 0 to t ਐਫ ਯੂ ਡੀ ਯੂ ਤਾਂ ਮੇਰੇ ਕੋਲ ਆਨਸਰ ਜਿਹੜਾ ਐਫ ਟੀ ਫੰਕਸ਼ਨ ਦੀ ਟਰਮਸ 'ਚ ਆਨਸਰ ਆਇਆ ਮੇਰੇ ਕੋਲ। ਹੁਣ ਆਪਾਂ ਕੀ ਕਹਿੰਦੇ ਆ ਟੇਕਿੰਗ ਲੈਪਲਸ ਬੋਥ ਸਾਈਡ। ਜਦੋਂ ਆਪਾਂ ਇਹਦੀ ਲੈਪਲਸ ਲੈਂਦੇ ਹਾਂ ਤਾਂ ਆਪਾਂ ਕੀ ਦੇਖਦੇ ਹਾਂ ਲੈਪਲਸ ਆਫ ਜੀ ਡੈਸ਼ ਟੀ ਫੰਕਸ਼ਨ ਇਕੁਅਲਸ ਟੂ ਲੈਪਲਸ ਆਫ ਐਫ ਟੀ ਫੰਕਸ਼ਨ ਕਿਉਂਕਿ ਆਪਾਂ ਪਹਿਲਾਂ ਪ੍ਰੂਵ ਕਰਤਾ ਕਿ ਜੀ ਡੈਸ਼ ਟੀ ਇਕੁਅਲਸ ਟੂ ਐਫ ਟੀ ਫੰਕਸ਼ਨ ਦੇ ਇਕੁਅਲਸ ਟੂ ਹੁੰਦਾ। ਹੁਣ ਆਪਾਂ ਕੀ ਦੇਖਦੇ ਹਾਂ ਅਗਰ ਆਪਾਂ ਜੀ ਡੈਸ਼ ਟੀ ਫੰਕਸ਼ਨ ਦੀ ਜੀ ਡੈਸ਼ ਇੱਥੇ ਡੈਸ਼ ਹੈ ਮੀਨਸ ਕਿ ਡੈਰੀਵੇਟਿਵ ਹੈ ਜੀ ਟੀ ਫੰਕਸ਼ਨ ਦਾ ਅਗਰ ਉਹਦੀ ਆਪਾਂ ਲੈਪਲਸ ਲੈਂਦੇ ਹਾਂ ਤਾਂ ਆਪਾਂ ਇੱਥੇ ਆਪਣੀ ਪੁਰਾਣੀ ਥਿਊਰਮਸ ਲਾਵਾਂਗੇ। ਉਹ ਆਪਾਂ ਨੂੰ ਕੀ ਦੱਸਦੀ ਹੈ ਐਫ ਡੈਸ਼ ਟੀ ਦੀ ਜਿਹੜੀ ਲੈਪਲਸ ਹੁੰਦੀ ਆ ਆਪਣੇ ਕੋਲ ਕੀ ਹੁੰਦੀ ਹੈ ਐਫ ਲੈਪਲਸ ਆਫ ਐਫ ਟੀ ਫੰਕਸ਼ਨ ਮਾਈਨਸ ਐਫ ਜ਼ੀਰੋ ਫੰਕਸ਼ਨ ਇਹ ਹੁੰਦੀ ਹੈ ਆਪਣੇ ਕੋਲ। ਉਸੇ ਤਰ੍ਹਾਂ ਆਪਾਂ ਜੀ ਡੈਸ਼ ਟੀ ਫੰਕਸ਼ਨ 'ਤੇ ਲਾਵਾਂਗੇ ਲੈਪਲਸ ਆਫ ਜੀ ਟੀ ਫੰਕਸ਼ਨ ਮਾਈਨਸ ਜੀ ਜ਼ੀਰੋ ਫੰਕਸ਼ਨ ਇਕੁਅਲ ਟੂ ਐਲ ਐਫ ਟੀ ਫੰਕਸ਼ਨ। ਸੋਰੀ ਗਾਈਸ ਆਪਣੇ ਕੋਲ ਜਿਹੜੇ ਆਪਣੇ ਕੋਲ ਫੋਰਮੂਲਾ ਹੈ ਉਹਦੇ ਅੰਦਰ ਜੀ ਟੀ ਜਦੋਂ ਫੰਕਸ਼ਨ ਦੀ ਆਪਾਂ ਲੈਪਲਸ ਕਰਾਂਗੇ ਜੀ ਡੈਸ਼ ਟੀ ਦੀ ਤਾਂ ਐਸ ਟਰਮਸ ਆਫ ਜੀ ਟੀ ਫੰਕਸ਼ਨ ਦੀ ਲੈਪਲਸ ਮਾਈਨਸ ਜੀ ਜ਼ੀਰੋ ਹੋਏਗਾ। ਉਸੇ ਤਰ੍ਹਾਂ ਆਪਣੇ ਕੋਲ ਐਸ ਟਾਈਮਸ ਹੋਏਗਾ ਐਲ ਐਫ ਟੀ ਫੰਕਸ਼ਨ ਮਾਈਨਸ ਐਫ ਜ਼ੀਰੋ ਫੰਕਸ਼ਨ। ਨਾਓ ਆਪਾਂ ਨੂੰ ਪਤਾ ਜਿਹੜਾ ਜੀ ਜ਼ੀਰੋ ਫੰਕਸ਼ਨ ਆ ਆਪਾਂ ਪਹਿਲਾਂ ਪ੍ਰੂਫ ਕੀਤਾ ਸੀ ਆਪਣੇ ਕੋਲ ਜ਼ੀਰੋ ਦੇ ਇਕੁਅਲ ਟੂ ਹੁੰਦਾ ਤਾਂ ਆਪਾਂ ਇਹਦੀ ਵੈਲਿਊ ਪੁੱਟ ਕਰ ਦਾਂਗੇ ਜੀ ਟੀ ਮਾਈਨਸ ਜ਼ੀਰੋ ਇਕੁਅਲ ਟੂ ਐਲ ਐਫ ਟੀ ਫੰਕਸ਼ਨ। ਆਪਾਂ ਨੂੰ ਪਤਾ ਅਗਰ ਆਪਾਂ ਲੈਪਲਸ ਕਰਦੇ ਹਾਂ ਕਿਸੇ ਵੀ ਐਫ ਟੀ ਫੰਕਸ਼ਨ ਦੀ ਤਾਂ ਉਹਦਾ ਆਨਸਰ ਆਪਣੇ ਕੋਲ ਕੀ ਆਉਂਦਾ ਐਫ ਐਸ ਫੰਕਸ਼ਨ ਆਉਂਦਾ ਤਾਂ ਆਪਾਂ ਇਹਦੀ ਵੈਲਿਊ ਨੂੰ ਪੁੱਟ ਕਰ ਦਾਂਗੇ। ਕਿਵੇਂ ਕਰਾਂਗੇ ਆਪਾਂ ਐਸ ਟਰਮਸ ਆਫ ਲੈਪਲਸ ਆਫ ਜੀ ਟੀ ਫੰਕਸ਼ਨ ਇਕੁਅਲ ਟੂ ਐਫ ਐਸ ਫੰਕਸ਼ਨ ਤਾਂ ਜਿਹੜੀ ਆਪਣੇ ਕੋਲ ਐਸ ਆ ਦੂਸਰੀ ਸਾਈਡ ਜਾ ਕੇ 1 ਦੀ ਫੋਰਮ 'ਚ ਆ ਜਾਏਗੀ ਐਲ ਜੀ ਟੀ ਇਕੁਅਲ ਟੂ 1/s ਐਫ ਐਸ ਫੰਕਸ਼ਨ। ਤਾਂ ਆਪਣੇ ਕੋਲ ਆਪਾਂ ਦੇਖਦੇ ਹਾਂ ਆਪਣੇ ਕੋਲ ਥਿਊਰਮ ਪ੍ਰੂਫ ਹੋ ਚੁੱਕੀ ਹੈ। ਆਪਾਂ ਨੂੰ ਥਿਊਰਮ ਦੀ ਸ਼ੁਰੂਆਤ 'ਤੇ ਆਪਾਂ ਜਿਹੜੀ ਡੈਫੀਨੇਸ਼ਨ ਪੜ੍ਹੀ ਸੀ ਉਹ ਆਪਾਂ ਕੀ ਕਿਹਾ ਸੀਗਾ ਥਿਊਰਮ ਹੈ ਆਪਣੇ ਕੋਲ ਇਫ ਫੰਕਸ਼ਨ ਐਫ ਟੀ ਦੀ ਲੈਪਲਸ ਕਰਦੇ ਹਾਂ ਅਤੇ ਉਹ ਐਫ ਐਸ ਦੇ ਇਕੁਅਲ ਟੂ ਹੈ ਦੈਨ 0 to t ਅਪਰੋਚ ਕਰਦੀ ਲਿਮਿਟ ਐਫ ਯੂ ਡੀ ਯੂ ਫੰਕਸ਼ਨ ਦੇ ਇੰਟੈਗਰਲ ਦੀ ਲੈਪਲਸ ਆਪਣੇ ਕੋਲ ਆਨਸਰ ਕਿੰਨਾ ਦਿੰਦੀ ਆ 1/s ਐਫ ਐਸ ਫੰਕਸ਼ਨ। ਤਾਂ ਆਪਣੇ ਕੋਲ ਇਹ ਫਸਟ ਥਿਊਰਮ ਲੈਪਲਸ ਟਰਾਂਸਫੋਰਮੇਸ਼ਨ ਆਫ ਇੰਟੈਗਰਲਸ ਇਹ ਆਪਣੇ ਕੋਲ ਪ੍ਰੂਫ ਹੁੰਦੀ ਹੈ। ਹੁਣ ਆਪਣੇ ਕੋਲ ਜਿਹੜੀ ਸੈਕਿੰਡ ਥਿਊਰਮ ਹੈ ਪਹਿਲਾਂ ਆਪਾਂ ਇੰਟੈਗਰਲ ਲਿੱਤਾ ਸੀਗਾ ਹੁਣ ਆਪਾਂ ਡਿਵੀਜ਼ਨ ਲੈਣੀ ਹੈ ਡਿਵੀਜ਼ਨ ਬਾਈ ਟੀ। ਆਪਾਂ ਦੇਖਦੇ ਹਾਂ ਆਪਾਂ ਨੂੰ ਡੈਫੀਨੇਸ਼ਨ ਕੀ ਦੱਸਦੀ ਪਈ ਆ ਅਗਰ ਆਪਾਂ ਲੈਪਲਸ ਲੈ ਲੈਂਦੇ ਹਾਂ ਕਿਸੇ ਵੀ ਐਫ ਟੀ ਫੰਕਸ਼ਨ ਦੇ ਇਕੁਅਲ ਟੂ ਆਪਣੇ ਕੋਲ ਐਫ ਐਸ ਫੰਕਸ਼ਨ ਹੈ
ਤਾਂ ਆਪਾਂ ਕੀ ਦੇਖਦੇ ਹਾਂ, ਜਿਹੜਾ ਆਪਣੇ ਕੋਲ ਐਫ ਟੀ ਫੰਕਸ਼ਨ ਹੈ ਡਿਵੀਜ਼ਨ ਬਾਈ ਟੀ, ਅਗਰ ਕੋਈ ਫੰਕਸ਼ਨ ਦੀ ਜਿਹੜਾ ਡਿਵੀਜ਼ੀਬਲ ਹੈ ਟੀ 'ਤੇ, ਅਗਰ ਉਹਦੀ ਆਪਾਂ ਫੰਕਸ਼ਨ ਦੀ ਲੈਪਲਸ ਲਈਏ ਤਾਂ ਉਹਦਾ ਆਨਸਰ ਆਪਣੇ ਕੋਲ 0 ਟੂ ਇਨਫਿਨਿਟੀ ਐਫ ਐਕਸ ਡੀ ਐਕਸ ਦੀ ਟਰਮ 'ਚ ਆਉਂਦਾ ਹੈ। ਹੁਣ ਆਪਣੇ ਕੋਲ ਜਿਹੜੀ ਲਿਮਿਟ ਹੈ ਇੰਟੈਗਰਲ ਦੀ ਉਹ ਐਸ ਟੂ ਇਨਫਿਨਿਟੀ ਹੈ, ਐਫ ਐਕਸ ਫੰਕਸ਼ਨ ਲਈ ਹੈ। ਤਾਂ ਆਪਾਂ ਦੇਖਦੇ ਹਾਂ ਹੁਣ ਆਪਾਂ ਕਿਸ ਤਰ੍ਹਾਂ ਇਸ ਥਿਓਰਮ ਨੂੰ ਪ੍ਰੂਫ ਕਰਾਂਗੇ। ਆਪਾਂ ਨੂੰ ਪਤਾ ਹੈ, ਆਪਾਂ ਸ਼ੁਰੂਆਤ ਇੱਕ ਫਾਰਮੂਲਾ ਕੀਤਾ ਸੀਗਾ, ਲੈਪਲਸ ਹੈ ਕਿਸੇ ਵੀ ਐਫ ਟੀ ਫੰਕਸ਼ਨ ਦੀ, ਉਹ ਆਪਣੇ ਕੋਲ ਉਹਦਾ ਫਾਰਮੂਲਾ ਕੀ ਸੀ, ਲਿਮਿਟ 0 ਟੂ ਇਨਫਿਨਿਟੀ ਈ ਦੀ ਪਾਵਰ ਮਾਈਨਸ ਐਸ ਟੀ ਐਂਡ ਐਫ ਟੀ ਫੰਕਸ਼ਨ ਡੀ ਟੀ। ਅਗਰ ਆਪਾਂ ਪੂਰੇ ਜਿਹੜਾ ਆਪਣੇ ਕੋਲ ਫੰਕਸ਼ਨ ਹੈ ਉਹਦੀ ਆਪਾਂ 0 ਟੂ ਇਨਫਿਨਿਟੀ ਲਿਮਿਟ ਲੈ ਕੇ ਆਪਾਂ ਕੋਈ ਐਫ ਐਕਸ ਡੀ ਐਕਸ ਫੰਕਸ਼ਨ ਲੈਟ ਕਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਐਸ ਟੂ ਇਨਫਿਨਿਟੀ 0 ਟੂ ਇੱਥੇ ਲੈਣਾ ਆਪਣੇ ਇਨਫਿਨਿਟੀ 0 ਕੀ ਦੀ ਆਪਣੇ ਕੋਲ ਆਪਾਂ ਟੀ ਦੀ ਟਰਮ 'ਚ ਲੈਣੀ ਹੈ। ਅਗਰ ਟੀ 'ਚ ਆਪਾਂ 0 ਤੋਂ ਲੈ ਕੇ ਇਨਫਿਨਿਟੀ ਤੱਕ ਲਿਮਿਟਸ ਪੁੱਟ ਕਰਦੇ ਹਾਂ ਤਾਂ ਆਪਣੇ ਕੋਲ ਈ ਦੀ ਪਾਵਰ ਮਾਈਨਸ ਐਕਸ ਟੀ ਐਫ ਟੀ ਜਿਹੜਾ ਡੀ ਟੀ ਫੰਕਸ਼ਨ ਹੈ ਕਲੋਜ਼ ਡੀ ਐਕਸ ਦੀ ਫੋਰਮ 'ਚ ਲੈਣਾ ਹੈ। ਆਪਾਂ ਕੀ ਕੀਤਾ, ਆਪਾਂ ਜਿਵੇਂ ਐਫ ਟੀ ਫੰਕਸ਼ਨ ਹੈ, ਐਫ ਟੀ ਫੰਕਸ਼ਨ ਦੀ ਜਿਹੜੀ ਲੈਪਲਸ ਹੈ ਇਹਦੀ ਪਾਵਰ ਮਾਈਨਸ ਐਸ ਟੀ ਐਫ ਟੀ ਡੀ ਟੀ। ਹੁਣ ਆਪਾਂ ਉਹ ਸੇਮ ਚੀਜ਼ ਆਪਾਂ ਐਫ ਐਕਸ ਫੰਕਸ਼ਨ ਨਾਲ ਲਿੱਤੀ ਹੈ, ਆਪਾਂ ਸੇਮ ਕੀਤਾ, ਬਸ ਉਹਦੀ ਆਪਾਂ ਪ੍ਰੂਫ ਕਰਨ ਲਈ ਜੀ ਐਸ ਟੂ ਇਨਫਿਨਿਟੀ ਲਿੱਤੀ ਆ ਆਪਾਂ ਇੰਟੈਗਰਲ ਲਿਮਿਟ, ਪਰ ਕਿਹਦੀ ਐਫ ਐਕਸ ਦੀ ਟਰਮ 'ਚ ਲਿੱਤੀ ਹੈ। ਜਦੋਂ ਆਪਾਂ ਐਫ ਐਕਸ ਦੀ ਟਰਮ 'ਚ ਲਿੱਤਾ, ਜਿਹੜਾ ਆਪਣੇ ਕੋਲ ਪੂਰਾ ਫਾਰਮੂਲਾ ਹੈ ਉਹ ਆਪਣੇ ਕੋਲ ਕਿਹਦੀ ਟਰਮ 'ਚ ਹੋ ਗਿਆ, ਐਕਸ ਦੀ ਟਰਮ 'ਚ ਹੋ ਗਿਆ। ਹੁਣ ਆਪਾਂ ਆਹ ਚੀਜ਼ ਯਾਦ ਰੱਖਣੀ ਹੈ, ਜਿਹੜਾ ਆਪਣੇ ਕੋਲ ਮੇਨ ਫੰਕਸ਼ਨ ਹੈ ਉਹਦਾ ਟੀ ਦੀ ਟਰਮ 'ਚ ਰਹੇਗਾ, ਸਿਰਫ ਆਪਾਂ ਐਸ ਦੀ ਥਾਂ 'ਤੇ ਐਕਸ ਪੁੱਟ ਕਰਨਾ, ਠੀਕ ਹੈ। ਜਦੋਂ ਆਪਾਂ ਦੇਖਦੇ ਹਾਂ ਨੈਕਸਟ ਐਸ ਟੂ ਇਨਫਿਨਿਟੀ, ਹੁਣ ਆਪਾਂ ਆਹ ਸਾਰੀ ਟਰਮਸ ਨੂੰ ਐਕਸ ਦੇ ਟਰਮ 'ਚ ਲੈ ਕੇ ਆਉਣਾ ਹੈ। ਅਗਰ ਆਪਾਂ ਆਹ ਤਾਂ ਆਪਣੇ ਕੋਲ ਟੀ ਦੇ ਲਈ ਹੈ ਸਾਰੀਆਂ ਚੀਜ਼ਾਂ, ਟੀ ਟੂ 0। ਹੁਣ ਆਪਾਂ ਕੀ ਕਰਾਂਗੇ, ਆਪਣੇ ਕੋਲ ਟੀ ਇੱਥੇ ਤਾਂ ਇਨਫਿਨਿਟੀ ਰਹੇਗਾ, ਆਪਾਂ ਆਵਲੀ ਇੰਟੈਗਰਲ ਨੂੰ ਬਾਹਰ ਲੈ ਆਵਾਂਗੇ, ਆਵਲੀ ਇੰਟੈਗਰਲ ਨੂੰ ਅੰਦਰ ਲੈ ਕੇ ਜਾਣਾ ਹੈ, ਮੀਨਸ ਕਿ ਟੀ ਇਕੁਅਲ ਟੂ 0। ਇੱਥੇ ਆਪਾਂ ਕੀ ਲਵਾਂਗੇ, ਐਕਸ ਨੂੰ ਅਗਰ ਆਪਾਂ ਐਸ ਪੁੱਟ ਕਰਦੇ ਹਾਂ ਐਂਡ ਐਕਸ ਨੂੰ ਅਗਰ ਆਪਾਂ ਇਨਫਿਨਿਟੀ ਪੁੱਟ ਕਰਦੇ ਹਾਂ, ਆਪਾਂ ਕੀ ਦੀ ਟਰਮ 'ਚ ਲਿੱਤਾ ਹੋਇਆ ਮਾਈਨਸ ਐਕਸ ਟੀ, ਐਕਸ ਦੀ ਟਰਮ 'ਚ ਲਿੱਤਾ ਹੋਇਆ, ਇੱਥੇ ਆ ਜਾਊਗਾ ਡੀ ਐਕਸ। ਆਪਣੇ ਕੋਲ ਫੰਕਸ਼ਨ ਕਿਹੜਾ ਹੈ, ਐਫ ਟੀ ਫੰਕਸ਼ਨ ਹੈ, ਡੀ ਟੀ ਫੰਕਸ਼ਨ ਹੈ। ਤਾਂ ਆਪਾਂ ਕੀ ਦੇਖਦੇ ਹਾਂ, ਟੀ ਇਕੁਅਲ ਟੂ 0 ਟੂ ਇਨਫਿਨਿਟੀ ਲਈ ਜਿਹੜਾ ਆਪਣੇ ਕੋਲ ਫੰਕਸ਼ਨ ਦੀ ਅਗਰ ਆਪਾਂ ਇੰਟੈਗਰਲ ਕਰੀਏ, ਇਹਦਾ ਇੰਟੈਗਰਲ ਸੋਲਵ ਕरें, ਇਹਦੀ ਪਾਵਰ ਮਾਈਨਸ ਏ ਐਕਸ ਦੀ ਆਪਣੇ ਕੋਲ ਇੰਟੀਗ੍ਰੇਸ਼ਨ ਕੀ ਹੁੰਦੀ ਹੈ, ਇਹਦੀ ਪਾਵਰ ਮਾਈਨਸ ਏ ਐਕਸ ਅਪੋਨ, ਅਗਰ ਆਪਣੇ ਕੋਲ ਐਕਸ ਦੀ ਟਰਮ 'ਚ ਹੈ ਤਾਂ ਆਪਣੇ ਕੋਲ ਇੱਥੇ ਕੌਨਸਟੈਂਟ ਮਾਈਨਸ ਏ ਥੱਲੇ ਆ ਜਾਏਗਾ। ਤਾਂ ਆਪਾਂ ਦੇਖਦੇ ਹਾਂ, ਅਗਰ ਇੱਥੇ ਆਪਾਂ ਕਿਹਦੀ ਟਰਮ 'ਚ ਕੀਤੀ ਹੈ, ਡੀ ਐਸ ਦੀ ਟਰਮ 'ਚ ਆਪਾਂ ਇਹਦੀ ਇੰਟੀਗ੍ਰੇਸ਼ਨ ਕੀਤੀ ਹੈ, ਤਾਂ ਆਪਾਂ ਦੇਖਦੇ ਹਾਂ ਇਹਦੀ ਪਾਵਰ ਮਾਈਨਸ ਐਸ ਟੀ ਥੱਲੇ ਕਿੰਨਾ ਆ ਜਾਏਗਾ ਆਪਣੇ ਕੋਲ ਮਾਈਨਸ ਟੀ। ਜਿਹੜੀ ਆਪਣੇ ਕੋਲ ਲਿਮਿਟਸ ਹੈ ਐਸ ਟੂ ਇਨਫਿਨਿਟੀ ਹੈ, ਐਸ ਟੂ ਇਨਫਿਨਿਟੀ ਐਫ ਟੀ ਡੀ ਟੀ ਫੰਕਸ਼ਨ ਸੇਮ ਰਹੇਗਾ ਆਪਣੇ ਕੋਲ। ਨੈਕਸਟ ਸਟੈਪ 'ਚ ਦੇਖਦੇ ਹਾਂ ਆਪਾਂ ਇਨਫਿਨਿਟੀ ਟੀ ਟੂ 0 ਇਹਦੀ ਪਾਵਰ ਮਾਈਨਸ ਐਸ ਟੀ ਅਪੋਨ ਟੀ ਐਫ ਟੀ ਡੀ ਟੀ ਲਈ ਜਿਹੜਾ ਆਪਣੇ ਕੋਲ ਫੰਕਸ਼ਨ ਹੈ ਉਹ ਕਿਹਦੇ ਇਕੁਅਲ ਟੂ ਹੋਏਗਾ, 0 ਟੂ ਇਨਫਿਨਿਟੀ ਇਹਦੀ ਪਾਵਰ ਮਾਈਨਸ ਐਸ ਟੀ ਐਫ ਟੀ ਅਪੋਨ ਟੀ ਡੀ ਟੀ। ਆਪਣੇ ਕੋਲ ਜਿਹੜੀ ਟੀ ਹੈ ਉਹ ਸੇਮ ਰਹੀ ਹੈ ਆਪਣੇ ਕੋਲ, ਠੀਕ ਹੈ। ਜਿਹੜੀ ਆਪਾਂ ਮਾਈਨਸ ਹੈ, ਮਾਈਨਸ ਟੀ ਹੈ, ਪਹਿਲਾਂ ਆਪਾਂ ਇੱਥੇ ਇਨਫਿਨਿਟੀ ਪੁੱਟ ਕੀਤੀ ਹੈ, ਇਨਫਿਨਿਟੀ ਪੁੱਟ ਕਰਨ 'ਤੇ ਇਹਦੀ ਪਾਵਰ ਮਾਈਨਸ ਇਨਫਿਨਿਟੀ ਆਪਣੇ ਕੋਲ 0 ਹੋ ਗਿਆ, ਤਾਂ ਮਾਈਨਸ, ਕਿਉਂਕਿ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਹੁੰਦਾ ਫਾਰਮੂਲਾ। ਆਪਲੀ ਆਪਣੇ ਕੋਲ ਜਿਹੜੀ ਹੈਗੀ ਹੈ, ਇੱਕ ਤਾਂ ਆਵਲੀ ਹੋ ਗਈ 0 ਮਾਈਨਸ, ਹੁਣ ਆਪਾਂ ਐਸ ਪੁੱਟ ਕਰਾਂਗੇ ਐਕਸ ਦੀ ਥਾਂ 'ਤੇ, ਸੋਰੀ ਇੱਥੇ ਐਕਸ ਸੀਗਾ ਤਾਂ ਆਪਾਂ ਐਸ ਟੀ ਪੁੱਟ ਕਰਾਂਗੇ, ਐਸ ਟੀ ਪੁੱਟ ਕਰਤਾ, ਇੱਕ ਇੱਥੇ 0 ਇੱਕ ਮਾਈਨਸ ਇੱਕ ਇੱਥੇ ਮਾਈਨਸ, ਮਾਈਨਸ ਮਾਈਨਸ ਪਲੱਸ ਹੋ ਗਿਆ ਅਪੋਨ ਟੀ ਸੀਗਾ। ਸੇਮ ਆਪਣੇ ਕੋਲ ਇਸ ਕਰਕੇ ਇੱਥੇ ਪੋਜ਼ੀਟਿਵ ਟਰਮ ਆਈ ਹੈ। ਜਦੋਂ ਆਪਣੇ ਕੋਲ ਪੋਜ਼ੀਟਿਵ ਟਰਮ ਆ ਗਈ, ਬਾਕੀ ਸਾਰਾ ਫਾਰਮੂਲਾ ਐਜ਼ ਇਟ ਇਜ਼ ਰਹਿ ਜਾਏਗਾ। ਤਾਂ ਆਪਾਂ ਇਹਨੂੰ
ਲੈਪਲਸ ਵੀ ਪੁੱਟ ਕਰ ਸਕਦੇ ਹਾਂ ਕਿਉਂਕਿ ਲੈਪਲਸ 'ਚ ਆਪਣੇ ਕੋਲ 0 ਤੋਂ ਇਨਫਿਨਿਟੀ ਹੁੰਦੀ ਆ ਪਾਵਰ, ਇਹਦੀ ਪਾਵਰ -st ft dt ਫੰਕਸ਼ਨ ਤਾਂ ਹੈ ਹੀ ਗਿਆ। ਤਾਂ ਆਪਾਂ ਲੈਪਲਸ, ਤਾਂ ਆਪਣੇ ਕੋਲ ਹੁਣ ਜਿਹੜਾ ਸੇਮ ਫਾਰਮੂਲਾ ਹੈ, ਅਗਰ ਆਪਣੇ ਕੋਲ ਲੈਪਲਸ ft ਫੰਕਸ਼ਨ ਲਈ ਹੁੰਦੀ ਤਾਂ ਆਪਣੇ ਕੋਲ 0 ਤੋਂ ਇਨਫਿਨਿਟੀ ਇਹਦੀ ਪਾਵਰ -st ft dt ਹੁੰਦਾ। ਹੁਣ ਆਪਣੇ ਕੋਲ ਪੂਰੇ ਦੇ ਪੂਰੇ ਅਪੋਨ ਟੀ ਵੀ ਹੈਗਾ, ਤਾਂ ਆਪਣੇ ਕੋਲ ਪੂਰਾ ਲੈਪਲਸ ਕੀ ਦੀ ਬਣ ਗਈ ਐਫ ਡੀ ਅਪੋਨ ਟੀ ਦੀ ਫੰਕਸ਼ਨ। ਤਾਂ ਆਪਾਂ ਇਹਨੂੰ ਕੀ ਨਾਮ ਦੇਵਾਂਗੇ, ਐਸ ਟੂ ਇਨਫਿਨਿਟੀ ਕਿਹਦੇ ਲਈ ਪ੍ਰੂਵ ਕੀਤਾ ਸੀਗਾ ਆਪਾਂ, ਐਫ ਐਕਸ ਫੰਕਸ਼ਨ ਡੀ ਐਕਸ ਲਈ। ਆ ਸ਼ੁਰੂਆਤ ਤੋਂ ਹੀ ਆਪਾਂ ਚੱਕਿਆ, ਸ਼ੁਰੂਆਤ ਤੋਂ ਚੱਕਿਆ ਆਪਾਂ ਕਿਹਦੇ ਪ੍ਰੂਫ ਕੀਤਾ, ਲੈਪਲਸ ਔਰ ਐਫ ਟੀ ਅਪੋਨ ਟੀ ਫੰਕਸ਼ਨ। ਸੋ ਇਹ ਥਿਊਰਮ ਇੱਥੇ ਪ੍ਰੂਫ ਹੁੰਦੀ ਹੈ। ਇਸ ਜਿਹੜੇ ਆਪਣੇ ਕੋਲ ਐਕਸਰਸਾਈਜ਼ ਹੈ ਇਹਦੇ ਅੰਦਰ ਇੱਕ ਹੋਰ ਥਿਊਰਮ ਹੈ, ਲੈਪਲਸ ਟਰਾਂਸਫੋਰਮੇਸ਼ਨ ਆਫ ਲੈਪਲਸ ਟਰਾਂਸਫੋਰਮ। ਉਹ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ, ਮੈਂ ਤੁਹਾਨੂੰ ਵੈਸੇ ਦਿਖਾ ਦਿੰਦੀ ਹਾਂ ਬੁੱਕ ਤੋਂ, ਆਪਣੇ ਕੋਲ ਆ ਰਹੀ ਉਹ ਥਿਊਰਮ। ਇਹ ਜ਼ਿਆਦਾ ਇੰਨੀ ਇੰਪੋਰਟੈਂਟ ਨਹੀਂ ਹੈ ਅਤੇ ਇਹਦੇ ਕੁਐਸਚਨਸ ਵੀ ਇੰਨੇ ਨਹੀਂ ਆਉਂਦੇ, ਸੋ ਆਪਾਂ ਇਹਨੂੰ ਚਾਹੀਦਾ ਸਕਿਪ ਵੀ ਕਰ ਸਕਦੇ ਹਾਂ। ਤਾਂ ਆਪਾਂ ਅੱਜ ਇੱਥੋਂ ਤੱਕ ਥਿਊਰਮ ਪ੍ਰੂਵ ਕਰ ਲਿਆ। ਸਭ ਤੋਂ ਪਹਿਲਾਂ ਆਪਾਂ ਲੈਪਲਸ ਟਰਾਂਸਫੋਰਮੇਸ਼ਨ ਆਫ ਇੰਟੈਗਰਲ ਕੀਤੀ ਸੀ, ਹੁਣ ਆਪਾਂ ਕੀਤੀ ਹੈ ਡਿਵੀਜ਼ਨ ਬਾਈ ਟੀ ਥਿਊਰਮ। ਤਾਂ ਆਪਣੇ ਕੋਲ ਇਸ ਐਕਸਰਸਾਈਜ਼ ਦੀਆਂ ਥਿਊਰਮਸ ਕਵਰ ਹੁੰਦੀਆਂ। ਥੈਂਕ ਯੂ।